ਗੁਰੂ ਗ੍ਰੰਥ ਸਾਹਿਬ ਬਾਗ ਸੁਣ ਕੇ ਹੀ ਮਨ ਖਿੜ ਜਾਂਦਾ ਹੈ। ਕਿੱਥੇ ਬਣਿਆ ਜੀ ਗੁਰੂ ਗ੍ਰੰਥ ਸਾਹਿਬ ਬਾਗ? ਕੀ ਹੈ ਗੁਰੂ ਗ੍ਰੰਥ ਸਾਹਿਬ ਬਾਗ? ਸਾਡੇ ਲਿਸਨਰਸ ਨੂੰ ਦੱਸੋ ਪਲੀਜ਼। ਗੁਰੂ ਗ੍ਰੰਥ ਸਾਹਿਬ ਬਾਗ ਜਿਹੜਾ ਇਹ ਪੱਤੋ ਹੀਰਾ ਸਿੰਘ ਪਿੰਡ ਹੈ ਮੋਗੇ ਦੇ ਵਿੱਚ, ਨਿਹਾਲ ਸਿੰਘ ਵਾਲਾ ਦੇ ਨਾਲ, ਕਿ ਉੱਥੇ ਜਿਹੜੀ 4 ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਹੈ ਗੁਰਦੁਆਰਾ ਗੁਰੂਸਰ ਸਾਹਿਬ। ਇੱਥੇ ਪਹਿਲੇ ਪਾਤਸ਼ਾਹੀ, 6ਵੀਂ 7ਵੀਂ ਅਤੇ 10ਵੀਂ ਪਾਤਸ਼ਾਹੀ ਦੇ ਚਰਨ ਪਏ ਹੈ। ਅਤੇ ਗੁਰਦੁਆਰੇ ਦੀ ਹੀ ਜ਼ਮੀਨ ਉਹਦੇ ਕੰਪਲੈਕਸ ਦੇ ਵਿੱਚ ਕਰੀਬ 5 ਏਕੜ ਦੀ ਜ਼ਮੀਨ 'ਤੇ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦਾ ਬਾਗ ਜਿਹੜਾ ਪੈਟਲਸ, ਜਿਹੜੀ ਉੱਥੋਂ ਦੀ ਪਿੰਡ ਦੀ ਸੁਸਾਇਟੀ ਹੈ ਪੱਤੋ ਇਕੋ ਟਰੀ ਐਂਡ ਲੈਂਡਸਕੇਪ ਸੁਸਾਇਟੀ, ਉਹਨਾਂ ਦੇ ਨਾਲ ਮਿਲ ਕੇ ਅਤੇ ਇਹ ਸਾਰੇ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਕੰਟਰੀਬਿਊਟ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਗ, ਜਿਹਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਾਰੇ ਉਹ ਰੁੱਖ, ਬੂਟੇ, ਝਾੜ, ਵੇਲਾਂ, ਫਸਲਾਂ ਅਤੇ ਜਿਹੜਾ ਵੀ ਇੱਦਾਂ ਵਨਸਪਤੀ ਦਾ ਸਮਾਨ ਆਉਂਦਾ, ਉਹ ਸਾਰਿਆਂ ਨੂੰ ਅਸੀਂ ਇਕੱਤਰ ਕਰਕੇ ਜਿਹੜਾ ਉੱਥੇ ਪਲਾਂਟ ਕੀਤਾ 5 ਏਕੜ ਦੀ ਧਰਤੀ 'ਤੇ। ਅਤੇ ਇੱਕ ਖੂਬਸੂਰਤ ਚੀਜ਼ ਹੋ ਰਿਹਾ ਕਿ ਇਹਦੇ ਵਿੱਚ ਇੱਕ ਸਾਡੇ ਕੋਲ ਇੱਕ ਪੌਂਡ ਵੀ ਹੈ, ਕਰੀਬ 1.25 ਏਕੜ ਦਾ ਪੌਂਡ ਹੈ, ਅਤੇ ਵਿੱਚ ਛੋਟਾ ਜਿਹਾ ਆਈਲੈਂਡ ਵੀ ਅਸੀਂ ਬਣਾਇਆ ਤਾਂ ਕਿ ਅਸੀਂ ਪੰਛੀਆਂ ਵਾਸਤੇ ਅਤੇ ਜਿਹੜੇ ਹੋਰ ਜਿਹੜੇ ਪਾਣੀ 'ਚ ਰਹਿਣ ਵਾਲੇ ਜੀਵ ਨੇ, ਜਿਵੇਂ ਕਿ ਮੱਛੀ ਹੈ ਜਿਹਦਾ ਗੁਰਬਾਣੀ 'ਚ ਬਹੁਤ ਵਾਰ ਵਰਣਨ ਆਉਂਦਾ, ਉਹਨਾਂ ਵਾਸਤੇ ਵੀ ਕੁਛ ਜਗ੍ਹਾ ਬਣਾ ਸਕੀਏ। ਕਿਉਂਕਿ ਪਾਣੀ ਦੇ ਵੀ ਕੁਛ ਫੁੱਲ ਨੇ, ਜਿਹੜਾ ਜਿਵੇਂ ਕਮਲ ਹੈ ਉਹਦਾ ਵਰਣਨ ਆਉਂਦਾ, ਉਹ ਵੀ ਸਾਡੇ ਜਿਹੜੇ ਲੌਂਗ ਟਰਮ ਦੇ ਵਿੱਚ ਹੈਗਾ ਉਹਦਾ ਪਲਾਨ ਕਿ ਅਸੀਂ ਉੱਥੇ ਸਥਾਪਿਤ ਕਰੀਏ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਪੇੜ ਪੌਦਿਆਂ ਦਾ ਜ਼ਿਕਰ ਹੈ ਉਹ ਸਾਰੇ ਉੱਥੇ ਲਗਾਏ ਗਏ ਨੇ। ਬਿਲਕੁਲ। ਤੇ ਇਹ ਨਾਮ ਕਿੱਥੋਂ ਤੁਹਾਨੂੰ ਸੁਝਿਆ ਗੁਰੂ ਗ੍ਰੰਥ ਸਾਹਿਬ ਬਾਗ? ਦਿਸ ਅ ਬਿਊਟੀਫੁਲ ਨੇਮ ਸੀ। ਜਦੋਂ ਪ੍ਰੋਜੈਕਟ ਸ਼ੁਰੂ ਹੋਇਆ ਸੀ, ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਆ ਰਿਹਾ ਸੀ 550ਵਾਂ, ਤੇ ਸਾਡਾ ਸੁਪਨਾ ਸੀ ਕਿ ਲੋਕ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਵੀ ਮੈਂ ਪੜ੍ਹਦਾ ਸੀ ਜਾਂ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਦੇ ਬਾਰੇ ਅਤੇ ਵਾਤਾਵਰਨ ਬਾਰੇ ਕਥਾ ਕਰਨੀ, ਜਾਂ ਕਿਸੇ ਕਾਲਜ ਦੇ ਵਿੱਚ ਸਪੀਚ ਕਰਨੀ, ਲੈਕਚਰ ਕਰਨੀ, ਵਰਕਸ਼ਾਪਸ ਕਰਨੀ, ਐਂਡ ਪੀਪਲ ਵੁੱਡ ਸੀ ਕਿ ਵੀ ਗੁਰੂ ਗ੍ਰੰਥ ਸਾਹਿਬ 'ਚ ਇੰਨਾ ਕੁਛ ਹੈ ਅਤੇ ਵੀ ਡੋਂਟ ਨੋ ਵੀ ਇਹ ਮਹੂਏ ਦਾ ਕਿਹੜਾ ਦਰਖਤ ਹੈ। ਸਿਮਲ ਰੁੱਖ ਸਰਾਇਰਾ ਸਾਰਿਆਂ ਨੇ ਆਸਾ ਦੀ ਵਾਰ ਸੁਣਿਆ, ਪਰ ਹਾਊ ਡਜ਼ ਸਿਮਲ ਲੁੱਕ ਲਾਈਕ? ਸਿਮਲ ਨੂੰ ਇੰਨਾ ਉਹ ਅਲੱਗ ਜਿਹਾ ਕਿਉਂ ਕਿਹਾ ਗਿਆ ਵੀ ਇਹ ਬੜਾ ਘਮੰਡੀ ਰੁੱਖ ਹੈ, ਵੀ ਇਹਦੇ 'ਤੇ ਕੋਈ ਫੁੱਲ ਨਹੀਂ ਇਹਦੇ ਕੰਮ ਦੇ, ਇਹਦੇ ਫਲ ਨਹੀਂ ਕੰਮ ਦੇ। ਪੰਛੀ ਵੀ ਆਉਂਦੇ ਨੇ, ਕਿਉਂਕਿ ਮਹਾਰਾਜ ਦੀ ਬਾਣੀ 'ਚ ਲਿਖਿਆ ਪੰਛੀ ਵੀ ਆਉਂਦੇ ਅਤੇ ਉਹਨਾਂ ਨੂੰ ਕੁਛ ਮਿਲਦਾ ਨਹੀਂ ਉੱਤੋਂ, ਵੀ ਬਹੁਤ ਵੱਡਾ ਵਿਸ਼ਾਲ ਦਰਖਤ ਹੈ, ਪਰ ਅਸੀਂ ਦੇਖਿਆ ਨਹੀਂ। ਅਤੇ ਇਹ ਕਾਰਨ ਇਹ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਮੂਲ ਪ੍ਰਜਾਤੀਆਂ ਅਤੇ ਹਿੰਦੁਸਤਾਨ ਦੀਆਂ ਮੂਲ ਪ੍ਰਜਾਤੀਆਂ ਕਮਰਸ਼ੀਅਲਾਈਜ਼ ਹੋ ਕੇ ਉਹਨਾਂ ਦੀ ਵੈਲਿਊ ਡਿਕਰੀਜ਼ ਹੋ ਗਈ। ਠੀਕ ਹੈ ਜੀ। ਅਤੇ ਉਹਨਾਂ ਨੂੰ ਲੋਕ ਪੁੱਛਦੇ ਨਹੀਂ ਹੈ। ਫਿਰ ਹੁਣ ਮਹੂਆ ਨੋਬਡੀ ਹੈਜ਼ ਹਰਡ, ਜੇ ਮੰਨ ਲਓ ਹੈ ਨਾ। ਕਿੱਕਰਾਂ ਨੂੰ ਹੁਣ ਲੋਕ ਪੁੱਛਦੇ ਨਹੀਂ, ਕਿਉਂਕਿ ਵੈਲਿਊ ਉਹਦੀ ਹੁਣ ਕਿੱਕਰ ਦੀ ਦਾਤਨ ਕੋਈ ਨਹੀਂ ਕਰਦਾ। ਅਚਾਰਾਂ 'ਚੋਂ ਕਿੱਕਰ ਦੇ ਤੁੱਕਿਆਂ ਦਾ ਜਿਵੇਂ ਉਹ ਪਿੱਛੇ ਚੱਲ ਗਏ, ਅਚਾਰ ਨਵੇਂ ਆ ਗਏ। ਸੋ ਕਈ ਕਾਰਨਾਂ ਕਰਕੇ ਜਿਹੜੇ ਆਪਣੇ ਰੁੱਖ ਨੇ ਉਹ ਪਿਛੜੇ ਜਾ ਰਹੇ ਆ। ਸਾਡੀ ਇਨਫੋਰਮੇਸ਼ਨ, ਲਾਲ ਬੇਰ ਹੁੰਦੇ ਸੀ ਆਪਣੇ ਸਕੂਲਾਂ ਦੇ ਬਾਹਰ ਪੰਜਾਬ 'ਚ, ਮਲੇ ਬੇਰ। ਸੋ ਬੇਰੀਆਂ ਕਿਸੇ ਨੇ ਹੁਣ ਦੇਖੀਆਂ ਨਹੀਂ, ਪਰ ਗੁਰਬਾਣੀ 'ਚ ਉਹਦੇ ਬਾਰੇ ਵਰਣਨ ਆਇਆ। ਸੋ ਵੀ ਥਾਟ ਕੋਈ ਇੱਦਾਂ ਦੀ ਇੱਕ ਲਾਈਵ ਐਗਜ਼ੀਬਿਸ਼ਨ ਹੋਵੇ ਟਰੀਜ਼, ਜਿੱਥੇ ਦਰਖਤ ਉੱਗਦੇ ਹੋਣ ਅਤੇ ਉਹ ਸਾਰੇ ਦਰਖਤ ਗੁਰੂ ਗ੍ਰੰਥ ਸਾਹਿਬ ਦੇ ਹੀ ਹੋਣ, ਅਤੇ ਕਿਉਂ ਨਾ ਇਹੋ ਜਿਹਾ ਕੁਛ ਹੋਵੇ। ਅਤੇ ਸਾਡਾ ਇਹ ਸੁਪਨਾ ਜਿਹੜਾ ਸੀਗਾ, ਅਸੀਂ ਫਿਰ ਐਡਵਰਟਾਈਜ਼ ਕੀਤਾ ਵੀ ਸਾਨੂੰ ਕੋਈ ਸੰਸਥਾ ਜਾਂ ਪਿੰਡ 'ਚ ਜਗ੍ਹਾ ਚਾਹੀਦੀ ਹੈ। ਅਤੇ ਪੱਤੋ ਹੀਰਾ ਸਿੰਘ ਦੀ ਜਿਹੜੀ ਕਮਿਊਨਿਟੀ ਸੀ, ਉਹਨਾਂ ਨਾਲ ਸਾਡਾ ਬਹੁਤ ਪੁਰਾਣਾ ਸਿੱਖ ਵਾਤਾਵਰਨ ਦਿਵਸ ਕਰਕੇ ਸਾਡਾ ਰਿਲੇਸ਼ਨ ਸੀ। ਐਂਡ ਦੇ ਸੈਡ, ਰਵਨੀਤ ਇੱਧਰ ਉੱਧਰ ਕੀ ਦੇਖਣਾ, ਗੁਰੂ ਘਰ ਦੀ ਜ਼ਮੀਨ ਪਈ ਐਂਡ ਯੂ ਨੋ ਇਟ, ਅਤੇ ਇੱਥੇ ਸ਼ੁਰੂ ਕਰੀਏ ਪ੍ਰੋਜੈਕਟ। ਫਿਰ ਅਸੀਂ ਸਾਰੀ ਰਿਸਰਚ ਕੀਤੀ, ਮੈਂ ਅਤੇ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ, ਅਤੇ ਡਾਕਟਰ ਸਾਹਿਬ ਨੇ ਆਲਰੇਡੀ ਇਸ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਕਾਫੀ ਰਿਸਰਚ ਕੀਤੀ ਹੋਈ ਸੀ, ਪਰ ਹੋਰ ਇਨ ਡੈਪਥ ਅਸੀਂ ਫਸਲਾਂ ਬੂਟਿਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚੋਂ ਪਰਖੇ, ਕੱਢੇ ਵਿੱਚੋਂ। ਫਿਰ ਉਹਨਾਂ ਦੇ ਗੁਰਬਾਣੀ ਦੇ ਅਰਥ ਦੇਖੇ, ਬੋਟੈਨੀਕਲ ਨੇਮਸ ਦੇਖੇ, ਤਾਂ ਉਹਨਾਂ ਨੂੰ ਅਰਥ ਨੂੰ ਇੰਗਲਿਸ਼ ਦੇ ਵਿੱਚ ਜਿਹੜੀਆਂ ਐਪਸ ਵੀ ਨੇ ਉਹਨਾਂ ਨੂੰ ਵੀ ਦੇਖਿਆ, ਪਰ ਕਿਤੇ ਨਾ ਕਿਤੇ ਸਾਨੂੰ ਲੱਗਿਆ ਸੀ ਵੀ ਉਹ ਐਪਸ ਦੇ ਵਿੱਚ ਵੀ ਨਾ ਅਸੀਂ ਪੂਰਾ ਗੱਲ ਦੱਸ ਨਹੀਂ ਪਾਉਂਦੇ, ਤਾਂ ਅਸੀਂ ਸੋਚੇ ਵੀ ਹਰੇਕ ਰੁੱਖ ਦੇ ਅੱਗੇ ਉਹਦਾ ਨੇਮ, ਉਹਦਾ ਬੋਟੈਨੀਕਲ ਨੇਮ, ਪੰਜਾਬੀ 'ਚ ਗੁਰਬਾਣੀ ਦੀ ਤੁਕ ਵੀ ਹੋਊਗੀ ਅਤੇ ਇੰਗਲਿਸ਼ 'ਚ ਉਹਦਾ ਜਿਹੜਾ ਟਰਾਂਸਲੇਟ ਵੀ ਕੀਤਾ ਜਾਊਗਾ। ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਬਾਗ ਦਾ ਹੀ ਮਾਡਲ ਹੈ ਜੋ ਮੈਂ ਤੁਹਾਨੂੰ ਡਿਸਕ੍ਰਾਈਬ ਕਰ ਰਿਹਾ। ਅੱਛਾ, ਬਾਗ ਦੇ ਵਿੱਚ ਜਿਹੜਾ ਦਰਖਤ ਲੱਗਿਆ ਉਹਦੇ ਸਾਹਮਣੇ ਇੱਕ ਪੱਥਰ ਲਗਾ ਕੇ ਉਹਦਾ ਨਾਮ, ਬੋਟੈਨੀਕਲ ਨੇਮ ਤੇ ਜਿਹੜੀ ਤੁਕ ਦੇ ਵਿੱਚ ਉਹਦਾ ਜ਼ਿਕਰ ਹੈ, ਤੁਕ ਵੀ ਤੇ ਜ਼ਿਕਰ ਵੀ, ਇਹ 4 ਪੱਥਰ ਅਸੀਂ ਰੱਖਦੇ ਹਾਂ, 3 ਤੋਂ 4 ਪੱਥਰ। ਬੋਟੈਨੀਕਲ ਨੇਮ ਅਲੱਗ ਪੱਥਰ ਤੇ, ਸੋ ਪੱਥਰ ਦੇ ਉੱਤੇ ਐਨਗ੍ਰੇਵ ਕਰਕੇ ਅਸੀਂ ਬਲੈਕ ਇੰਕ ਦੇ ਨਾਲ ਐਨਗ੍ਰੇਵ ਕਰਕੇ ਲਿਖਿਆ ਹੋਇਆ ਕਿ ਉਹਨੂੰ ਲਾਈਫ ਜਿਹੜੀ ਉਹਦੀ ਲੌਂਗ ਹੋਵੇ ਤੇ ਨੈਚੁਰਲ ਮਟੀਰੀਅਲ ਦੇ ਉੱਤੇ ਹੀ ਲਿਖ ਸਕੀਏ ਆਪਾਂ। ਵਾਹ, ਬਿਊਟੀਫੁਲ ਬਿਊਟੀਫੁਲ। ਮੈਂ ਆਈ ਵੁੱਡ ਲਵ ਟੂ ਗੋ ਦੇਅਰ। ਸੁਣ ਕੇ ਹੀ ਮਨ ਕਰ ਰਿਹਾ ਵੀ ਹੁਣੇ ਹੀ ਜਾ ਆਈਏ, ਦੇਖ ਆਈਏ ਜਾ ਕੇ, ਹੈ ਨਾ। ਔਰ ਜ਼ਿੰਦਗੀ 'ਚ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ, ਜ਼ਰੂਰ ਚਾਹੀਦਾ ਜੀ। ਹੁਣ ਇੱਕੋ ਸਿੱਖ ਦੀ ਗੱਲ ਕਰਦੇ ਹਾਂ ਜੀ। ਸ਼ੋਰ। ਸਿੱਖਾਂ ਦੀ ਜਦੋਂ ਗੱਲ ਹੁੰਦੀ ਹੈ ਨਾ, ਹਮੇਸ਼ਾ ਇੱਕ ਦਿਮਾਗ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ
ਸਿੱਖ ਨੇ ਲੰਗਰ ਲਗਾਉਂਦੇ ਨੇ। ਬੜੀ ਸਾਨੂੰ ਇਹ ਸਾਡੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਜਿੱਥੇ ਵੀ ਕਿਤੇ ਕੋਈ ਭੁੱਖਾ ਹੋਵੇ ਉਹਨੂੰ ਗੁਰਦੁਆਰਾ ਸਾਹਿਬ ਦਿਖ ਜਾਵੇ, ਉਹ ਭੁੱਖਾ ਨਹੀਂ ਰਹੂਗਾ। ਜਿੱਥੇ ਵੀ ਨੇੜੇ ਗੁਰਦੁਆਰਾ ਸਾਹਿਬ ਹੋਊਗਾ ਕੋਈ ਭੁੱਖਾ ਨਹੀਂ ਰਹਿ ਸਕਦਾ। ਲੰਗਰ ਦੀ ਪ੍ਰਥਾ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਔਰ ਵੋਲੰਟੀਅਰ ਆਰਗੇਨਾਈਜੇਸ਼ਨ। ਬਿਲਕੁਲ। ਹੁਣ ਸਿੱਖਾਂ ਦਾ ਨਾਮ ਐਨਵਾਇਰਨਮੈਂਟ ਦੇ ਨਾਲ ਵੀ ਜੁੜ ਰਿਹਾ, ਈਕੋ ਸਿੱਖ ਕਰਕੇ। ਇਹ ਵੀ ਬੜੀ ਮਾਣ ਵਾਲੀ ਗੱਲ ਹੈ ਜੀ, ਖਾਸ ਕਰਕੇ ਜੇ ਆਪਾਂ ਦੇਖੀਏ ਵੀ ਕਲਾਈਮੇਟ ਚੇਂਜ ਦੀਆਂ ਗੱਲਾਂ ਹੋ ਰਹੀਆਂ, ਸਮਿਟਸ ਹੋ ਰਹੀਆਂ ਨੇ, ਵਰਲਡ ਲੀਡਰਸ ਸਿਰ ਜੋੜ ਕੇ ਬੈਠ ਰਹੇ ਨੇ ਵੀ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਿਆ ਜਾਵੇ। ਇਹ ਬੜੀ ਵਧੀਆ ਗੱਲ ਹੈ ਜੀ। ਈਕੋ ਸਿੱਖ ਵਾਲੇ ਐਨਵਾਇਰਨਮੈਂਟ ਦੇ ਨਾਲ ਜੁੜੇ ਨੇ। ਦੱਸੋ ਸਾਨੂੰ ਈਕੋ ਸਿੱਖ ਵਾਲੇ ਹੈ ਕੌਣ? 2009 ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਨੇ ਇਹ ਫੀਲ ਕੀਤਾ ਜਿਹੜੀ ਕੋਪਨਹੈਗਨ ਦੀ ਮੀਟਿੰਗ ਤੋਂ ਬਾਅਦ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਜਾਂ ਕਹਿ ਲਈਏ ਕੰਟਰੀਜ਼ ਦੇ ਹੈੱਡ ਨੇ, ਇਹ ਕਿਸੇ ਵੀ ਟਰੀਟੀ ਦੇ ਉੱਤੇ ਕਲਾਈਮੇਟ ਚੇਂਜ ਦੇ ਉੱਤੇ ਐਕਸ਼ਨ ਲੈਣ ਨੂੰ ਤਿਆਰ ਨਹੀਂ। ਕੋਈ ਨਾ ਕੋਈ, ਕਿਸੇ ਨੂੰ ਕੋਈ ਤਕਲੀਫ ਹੈ, ਕਿਸੇ ਨੂੰ ਕੋਈ ਤਕਲੀਫ ਹੈ ਤੇ ਕੰਮ ਸਿਰੇ ਨਹੀਂ ਚੜ੍ਹ ਰਿਹਾ। ਜਿਹੜਾ 1.5 ਡਿਗਰੀ ਦਾ ਚੱਕਰ ਚੱਲ ਰਿਹਾ ਕਿ ਜੇ ਧਰਤੀ ਦਾ ਤਾਪਮਾਨ ਵੱਧ ਜਾਂਦਾ 1.5 ਤੇ ਸਾਰੀ ਧਰਤੀ ਸਵਾਹ ਹੋ ਸਕਦੀ ਹੈ, ਉਹ ਤੇ ਪੋਲੀਟੀਕਲ ਪਾਰਟੀਜ਼ ਜਾਂ ਕੰਟਰੀਜ਼ ਕੁਛ ਕਰ ਨਹੀਂ ਰਹੀਆਂ ਤੇ ਧਰਮਾਂ ਨੂੰ ਉਹਨਾਂ ਨੇ ਸੱਦਾ ਦਿੱਤਾ। ਸੋ ਪਹਿਲੇ 5 ਧਰਮਾਂ ਦੇ ਵਿੱਚ ਈਕੋ ਸਿੱਖ ਨੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਿਆਂ ਆਪਣਾ ਜਿਹੜਾ 5 ਈਅਰ ਪਲਾਨ ਸਬਮਿਟ ਕੀਤਾ ਸੀਗਾ। UN ਦੇ ਬਨ ਕੀ ਮੂਨ ਸੀਗੇ ਉਦੋਂ ਜਨਰਲ ਸੈਕਟਰੀ। ਇਹ ਵਿੰਡਸਰ ਕੈਸਲ ਦੇ ਵਿੱਚ ਸਾਡੀ ਇਹ ਫਿਰ ਲਾਂਚ ਹੋਈ ਸੀਗੀ। ਤੇ ਮੈਂ ਇਹੀ ਫੀਲ ਕਰਦਾ ਕਿ ਜਦੋਂ ਤੋਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਕਰੀਬ 2010 ਸੈਪਟੈਂਬਰ, ਅੱਜ 11 ਸਾਲ ਹੋ ਗਏ, ਤੇ ਸਾਡੀ ਜਿਹੜੀ ਕਮਿਊਨਿਟੀ ਹੈ, ਮੈਨੂੰ ਬੜਾ ਮਾਣ ਹੈ ਕਿ ਅਸੀਂ ਲੰਗਰ ਦੇ ਲਈ ਸਾਡੀ ਪਹਿਚਾਣ ਹੈ, ਦਸਤਾਰ ਨਾਲ ਸਾਡੀ ਪਹਿਚਾਣ ਹੈ, ਪੀਸ ਨਾਲ ਸਾਡੀ ਪਹਿਚਾਣ ਹੈ। ਪਰ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਹਿਊਮਨ ਸੈਂਟਰਿਕ ਨੇ। ਸਾਰਾ ਕੁਝ ਲੰਗਰ ਬੰਦਿਆਂ ਵਾਸਤੇ ਹੈ, ਜਿਹੜੇ ਸਾਡੇ ਸ਼ੈਲਟਰਸ ਨੇ, ਗੁਰੂ ਘਰ ਨੇ, ਬੰਦਿਆਂ ਵਾਸਤੇ ਨੇ। ਪਰ ਤੁਸੀਂ ਦੇਖੋ ਕਿ ਮਹਾਰਾਜ ਜਿਹੜੇ ਗੁਰੂ ਨਾਨਕ ਪਾਤਸ਼ਾਹ ਉਹ ਕਿਹਦੀ ਗੱਲ ਕਰ ਰਹੇ ਨੇ? ਉਹ ਸਮੁੱਚੀ ਕਾਇਨਾਤ ਦੀ ਗੱਲ ਕਰ ਰਹੇ ਨੇ, ਪੰਛੀਆਂ ਦੀ, ਮੱਛੀਆਂ ਦੀ, ਧਰਤੀ ਉੱਤੇ ਰਹਿਣ ਵਾਲੇ ਜੀਵ ਜੰਤੂ ਨੇ, ਚਾਹੇ ਉਹ ਸੱਪ ਹੈ, ਜੁਗਨੂ ਨੇ, ਤਿਤਲੀਆਂ ਨੇ, ਭੰਵਰੇ ਨੇ, ਚਿੜੀਆਂ ਨੇ। ਇਹਨਾਂ ਬਾਰੇ ਕੌਣ ਸੋਚੂਗਾ? ਮਹਾਰਾਜ ਤਾਂ ਕਹਿੰਦੇ ਆ। ਸੋ ਵੀ ਹੈਵ ਟੂ ਗੋ ਬਿਯੋਂਡ ਹਿਊਮਨ ਸੈਂਟਰਿਕ। ਤੇ ਮੇਰਾ ਇਹ ਸੁਪਨਾ ਸੀਗਾ ਕਿ ਆਪਣੇ ਜਿਹੜੇ ਗੁਰਦੁਆਰੇ ਨੇ ਉਹ ਕੁਦਰਤ ਵਾਸਤੇ ਹੋਣੇ ਚਾਹੀਦੇ। ਸੋ ਨਾਓ ਦ ਕਾਈਂਡ ਆਫ ਫੋਰੈਸਟ ਵੀ ਆਰ ਕ੍ਰੀਏਟਿੰਗ, ਦ ਕਾਈਂਡ ਆਫ ਬਾਗ ਵੀ ਆਰ ਕ੍ਰੀਏਟਿੰਗ, ਇਟਸ ਇਨਵਾਈਟਿੰਗ ਐਵਰੀਵਨ। ਇਕੱਲੇ ਆਦਮੀ ਜਾਂ ਜਨਾਨੀਆਂ ਹੀ ਨਹੀਂ ਜਾਂਦੇ ਉੱਥੇ, ਚਿੜੀਆਂ ਵੀ, ਜਿਨ੍ਹਾਂ ਦਾ ਮੈਂ ਨਾਮ ਲਿਆ, ਚਿੜੀਆਂ, ਜੁਗਨੂ, ਭੰਵਰੇ, ਇਹ ਸਾਰਾ ਕੁਝ ਸਾਨੂੰ ਉੱਥੇ ਮਿਲਦਾ। ਤੇ ਇਹਨਾਂ ਨੂੰ ਉੱਥੇ ਸ਼ੈਲਟਰ ਵੀ ਮਿਲਦਾ ਤੇ ਲੰਗਰ ਵੀ ਮਿਲਦਾ। ਜੀਆਂ ਕਾ ਆਹਾਰ ਜੀ ਬਣੇ। ਸੋ ਮੰਨ ਲਓ ਚਿੜੀ ਨੇ ਕਿਸੇ ਸੁੰਡੀ ਨੂੰ ਖਾਧਾ, ਉਹ ਚਿੜੀ ਨੂੰ ਕਿਸੇ ਵੱਡੀ ਚਿੜੀ ਨੇ ਖਾਧਾ। ਸੋ ਇਹ ਸਾਰਾ ਕੁਝ ਉੱਥੇ ਚੱਲ ਰਿਹਾ, ਜਿਹੜਾ ਖੇਲ ਹੈ, ਕੁਦਰਤ ਦਾ ਖੇਲ ਤਮਾਸ਼ਾ, ਉਹ ਸਾਰਾ ਚੱਲ ਰਿਹਾ ਉੱਥੇ। ਸੋ ਵੀ ਹੈਵ ਕ੍ਰੀਏਟਿਡ ਗੁਰਦੁਆਰਾ ਇਨ ਨੇਚਰ। ਸੋ ਇਹ ਸਾਰਿਆਂ ਵਾਸਤੇ ਉੱਥੇ, ਕਿਉਂਕਿ ਉਹਨਾਂ ਚਿੜੀਆਂ ਦੀ ਇੱਕ ਸੋਸ਼ਲ ਸਿਕਿਉਰਿਟੀ, ਉਹਨਾਂ ਨੂੰ ਹੈਬੀਟੈਟ ਬਣਦਾ। ਜਿੰਨੇ ਵੀ ਆਪਾਂ ਜੀਵਾਂ ਦਾ ਨਾਮ ਲੈ ਰਹੇ ਹਾਂ, ਹੈਬੀਟੈਟ ਬਣਾਉਂਦੇ, ਸ਼ਾਮ ਨੂੰ ਉੱਥੇ ਆਪਣੇ ਗੀਤ ਗਾਉਂਦੇ, ਸਵੇਰੇ ਆਪਣੇ ਗੀਤ ਗਾਉਂਦੇ। ਸੋ ਆਈ ਐਮ ਵੈਰੀ ਹੈਪੀ ਕਿ ਸਿੱਖ ਕਮਿਊਨਿਟੀ ਨੇ ਈਕੋ ਸਿੱਖ ਨੂੰ ਇੰਨਾ ਐਮਪਾਵਰ ਕੀਤਾ ਤੇ ਜਿਹੜੀਆਂ ਉੱਥੇ ਗ੍ਰਾਸ ਰੂਟਸ ਦੀਆਂ ਕਮਿਊਨਿਟੀਜ਼ ਨੇ ਉਹਨਾਂ ਨੇ ਇੰਨਾ ਸਪੋਰਟ ਕੀਤਾ ਕਿ ਅਸੀਂ ਇਹ ਸਾਰਾ ਕੁਝ ਕਰ ਪਾ ਰਹੇ ਹਾਂ। ਇਟ ਇਜ਼ ਨਾਟ ਈਕੋ ਸਿੱਖ ਅਲੋਨ। many people and villagers and urban societies and industries and schools and institutions and gurdwaras too. So it's all of it. ਬਿਲਕੁਲ। ਤੁਹਾਡੀ ਕੈਨੇਡਾ ਦੇ ਵਿੱਚ ਕੋਈ ਸ਼ਾਖਾ ਹੈਗੀ ਹੈ ਜੀ? ਇੱਥੇ ਜੇ ਕੋਈ ਜੁੜਨਾ ਚਾਹੇ ਤਾਂ ਕਿਵੇਂ ਜੁੜ ਸਕਦਾ ਹੈ? ਨਾ ਜੀ ਬਿਲਕੁਲ। ਸਾਡੀ ਈਕੋ ਸਿੱਖ ਕੈਨੇਡਾ ਜਿਹੜੀ ਹੈ 2019 ਵਿੱਚ ਰਜਿਸਟਰ ਹੋਈ ਸੀ। ਤੇ ਪਰ ਇਹ ਗੱਲ ਹੈ ਕਿ ਮੈਂ ਹੁਣ ਇੱਥੇ ਜਿਹੜੀ ਮੈਂ ਵਿਜ਼ਿਟ ਕਰ ਵੀ ਰਿਹਾ, ਆਈ ਰੀਅਲੀ ਵਾਂਟ ਕਿ ਇਹਨੂੰ ਈਕੋ ਸਿੱਖ ਦਾ ਸਾਡਾ ਜਿਹੜਾ ਮਾਡਲ ਕੈਨੇਡਾ ਦਾ, ਇਹਨੂੰ ਅਸੀਂ ਐਕਟਿਵ ਕਰੀਏ। ਸੋ ਫਾਰ ਅਸੀਂ ਇਹਦੇ ਤੇ ਫੰਡਿੰਗ ਦਾ ਕੰਮ ਨਹੀਂ ਕੀਤਾ ਕਰਕੇ ਅਸੀਂ ਇੱਥੇ ਐਡਮਿਨ ਤੇ ਆਫਿਸ ਨੂੰ ਇਨੀਸ਼ੀਏਟ ਕਰ ਸਕੀਏ। ਸੋ ਦੈਟਸ ਵਨ ਆਫ ਦ ਥਿੰਗਸ ਦੈਟ ਆਈ ਐਮ ਹੇਅਰ, ਤੇ ਉਹਦੇ ਤੇ ਮੈਂ ਕੰਮ ਕਰਨਾ। ਠੀਕ ਹੈ ਜੀ। ਸਾਂਝੀਵਾਲਤਾ ਦਾ ਸੰਦੇਸ਼ ਹਾਂਜੀ ਸ਼ੁਰੂ ਤੋਂ ਹੀ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਗ ਬਣਿਆ, ਇਹਦੇ ਵਿੱਚ ਵੀ ਇਹ ਸੰਦੇਸ਼ ਦਿੱਤਾ ਜਾ ਰਿਹਾ, ਕਿਵੇਂ? ਮਹਾਰਾਜ ਨੇ ਲਿਖਿਆ ਨਾ, ਸਭੇ ਸਾਂਝੀ ਵਾਲ ਸਦਾਇਣ, ਤੇ ਉਹਨਾਂ ਨੇ ਕਰਕੇ ਵੀ ਦਿਖਾਇਆ। ਜੇ ਤੁਸੀਂ ਹਰਿਮੰਦਰ ਸਾਹਿਬ ਜਾਓ ਤੇ ਉੱਥੇ ਪਤਾ ਲੱਗਦਾ 4 ਦਰਵਾਜ਼ੇ ਨੇ, ਸਾਰਿਆਂ ਨੂੰ ਵੈਲਕਮ ਕਰ ਰਹੇ ਹੈ। ਕੋਈ ਜਾਤ, ਗੋਤ, ਧਰਮ, ਕੋਈ ਬੰਧਨ ਨਹੀਂ ਹੈ ਸਿੱਖੀ ਦੇ ਵਿੱਚ। ਇਸੇ ਤਰ੍ਹਾਂ ਜਿਵੇਂ ਸਿੱਖੀ 'ਚ ਭਗਤ ਕਬੀਰ ਜੀ ਨੇ, ਭਗਤ ਫਰੀਦ ਜੀ ਨੇ, ਭੱਟਾਂ ਦੀ ਬਾਣੀ ਹੈ, ਕੋਈ ਕਿਸੇ ਕਮਿਊਨਿਟੀ ਤੋਂ, ਕਿਸੇ ਜਾਤ ਤੋਂ ਹੈ, ਤੇ ਸਾਰਿਆਂ ਨੂੰ ਇੱਕੋ ਦਰਜਾ ਦੇ ਕੇ ਅਸੀਂ ਜੋ ਉਹਨਾਂ ਨੂੰ ਮੱਥਾ ਟੇਕਦੇ ਹਾਂ। ਸਾਰਿਆਂ ਦੀ ਗੁਰਬਾਣੀ ਦੇ ਵਿੱਚ ਰੁੱਖਾਂ ਦਾ, ਫਲ ਬੂਟਿਆਂ ਦਾ ਵਰਣਨ ਆਉਂਦਾ। ਖਾਸ ਕਰਕੇ ਕਬੀਰ ਜੀ ਨੇ ਬਹੁਤ ਸਾਰਾ ਕੁਝ ਲਿਖਿਆ। ਤੇ ਮੈਂ ਇਹ ਸਮਝਦਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਗ 'ਚ ਆਉਂਦੇ ਹਾਂ ਤੇ ਹਰ ਦਿਸ਼ਾ ਤੋਂ ਜਿਹੜੀ ਬਾਣੀ ਆਈ ਹੈ, ਉੱਥੋਂ ਦਰਖਤ ਆਏ ਨੇ, ਕਿਤੋਂ ਅਗਰ ਦੇ ਬੂਟੇ ਦਾ ਵਰਣਨ ਆਇਆ, ਕਿਤੋਂ ਚੰਦਨ ਦਾ ਆਇਆ, ਕਿਤੋਂ ਮਹੂਏ ਦਾ ਆਇਆ, ਕਿਤੋਂ ਸਿੰਮਲ ਦਾ ਆਇਆ, ਅੱਕ ਦਾ ਆਇਆ, ਅੰਬ, ਨਿੰਮ, ਜਾਮਣ ਤੇ ਮਹਿੰਦੀ। ਇਹ ਸਾਰੇ ਪੰਜਾਬ ਦੇ ਰੁੱਖ ਨਹੀਂ ਹੈ ਤੇ ਪੰਜਾਬੀਅਤ ਨਾਲ ਨਹੀਂ, ਹੋਰ ਬਾਕੀ ਕਈ ਦੇਸ਼ਾਂ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਨੇ।
ਉਹ ਅਸੀਂ ਸਾਰਿਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਇੱਕ ਗੁਰੂ ਗ੍ਰੰਥ ਸਾਹਿਬ ਦੇ ਬਾਗ ਦੇ ਰੂਪ ਵਿੱਚ ਜਦੋਂ ਪਰੋ ਕੇ ਇਕੱਠਾ ਕੀਤਾ, ਤੇ ਮੈਨੂੰ ਲੱਗਦਾ ਕਿ ਅਸੀਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਬੂਟਿਆਂ ਉੱਤੇ ਲਿਖੀ ਗਈ ਹੈ, ਰੁੱਖਾਂ 'ਤੇ ਲਿਖੀ, ਉਹ ਲਾਈਫ ਲੈਸਨਸ ਨੇ। ਬਿਲਕੁਲ। ਜਿਵੇਂ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ, ਇਹ ਬਹੁਤ ਵੱਡਾ ਲਾਈਫ ਲੈਸਨ ਹੈ ਕਿ ਬਾਂਸ ਸੁੱਕਾ ਅੰਦਰੋਂ ਹੌਲੋ ਹੈ ਤੇ ਚੰਦਨ ਖੁਸ਼ਬੂਦਾਰ ਹੈ, ਪਰ ਜੇ ਹੌਲੋ ਬੰਦਾ ਸਿੱਖਣਾ ਹੀ ਨਹੀਂ ਕੁਛ ਚਾਹੁੰਦਾ ਤੇ ਸਾਰੀ ਉਮਰ ਚਾਹੇ ਚੰਦਨ ਨਾਲ ਰਗੜ ਖਾਂਦਾ ਰਹੇ, ਇਟ ਵਿਲ ਨੈਵਰ ਗੈਟ ਐਨੀ ਫ੍ਰੈਗਰੈਂਸ ਇਨ ਇਟ। ਸੋ ਸਾਨੂੰ ਇੱਕ ਲਾਈਫ ਲੈਸਨ ਹੈ, ਹਰੇਕ ਰੁੱਖ ਤੋਂ ਕੋਈ ਨਾ ਕੋਈ ਲਾਈਫ ਲੈਸਨ ਮਿਲਿਆ, ਤੇ ਉਹ ਸਾਰਿਆਂ ਵਾਸਤੇ ਨੇ ਲਾਈਫ ਲੈਸਨ, ਨਾਟ ਜਸਟ ਫॉर ਸਿੱਖ ਕਮਿਊਨਿਟੀ। ਬਿਲਕੁਲ। ਔਰ ਜਿਹੜੇ ਗੁਰੂ ਨਾਨਕ ਫੋਰੈਸਟ, ਹਾਂਜੀ, ਇਹ ਵੀ ਬਣਾਏ ਗਏ ਨੇ ਤੁਹਾਡੇ ਵੱਲੋਂ, ਕਿੱਥੇ ਕਿੱਥੇ ਬਣਾਏ ਗਏ ਨੇ, ਇਹਨਾਂ ਦਾ ਮਕਸਦ ਕੀ ਹੈ, ਇਹਨਾਂ ਦੇ ਵਿੱਚ ਕੀ ਅਚੀਵ ਕਰਨ ਦੀ ਕੋਸ਼ਿਸ਼ ਹੈਗੀ ਆ ਇਹ ਫੋਰੈਸਟ ਬਣਾ ਕੇ? ਹਾਂਜੀ, ਗੁਰੂ ਨਾਨਕ ਸੈਕਰਡ ਫੋਰੈਸਟ ਜਾਂ ਗੁਰੂ ਨਾਨਕ ਪਵਿੱਤਰ ਜੰਗਲ ਅਸੀਂ 2019 'ਚ ਪ੍ਰੋਜੈਕਟ ਸ਼ੁਰੂ ਕੀਤਾ ਸੀ 550ਵੇਂ ਗੁਰਪੁਰਬ ਨੂੰ ਸਮਰਪਿਤ, ਕਿ ਅਸੀਂ ਹਰ ਪਿੰਡ, ਸ਼ਹਿਰ, ਸਕੂਲ, ਕਾਲਜ, ਵਿਲੇਜ ਪੰਚਾਇਤ ਜਾਂ ਪੰਚਾਇਤ ਦੀਆਂ ਕੋਈ ਜ਼ਮੀਨਾਂ, ਉੱਥੇ ਅਸੀਂ 550 ਰੁੱਖਾਂ ਦੇ ਮੈਨ ਮੇਡ ਫੋਰੈਸਟ ਲਗਾਵਾਂਗੇ। ਅੱਛਾ। ਸੋ ਜਾਪਾਨੀ ਵਿਧੀ, ਜਿਹਨੂੰ ਕਿ ਮੀਆਂਵਾਕੀ ਮੈਥਡੋਲੋਜੀ ਕਿਹਾ ਜਾਂਦਾ, ਉਸ ਵਿਧੀ ਦੇ ਨਾਲ ਅਸੀਂ ਪੰਜਾਬ ਦੀਆਂ ਲੋਕਲ ਜਿਹੜੀਆਂ ਸਪੀਸ਼ੀਜ਼ ਨੇ, ਪ੍ਰਜਾਤੀਆਂ, ਮੂਲ ਪ੍ਰਜਾਤੀਆਂ, ਉਹਨਾਂ ਨੂੰ ਹੀ ਮੱਦੇ ਨਜ਼ਰ ਰੱਖਦੇ ਅਸੀਂ ਪਿੰਡ ਪਿੰਡ ਦੇ ਵਿੱਚ ਅਸੀਂ ਇਹ ਛੋਟੇ ਛੋਟੇ ਪਵਿੱਤਰ ਜੰਗਲ ਲਗਾਏ ਨੇ। ਤੇ ਕੇਵਲ 200 ਸਕੁਅਰ ਯਾਰਡਸ ਦੇ ਵਿੱਚ ਅਸੀਂ 550 ਬੂਟੇ ਲਗਾ ਕੇ ਅਬਾਊਟ ਹੁਣ ਤੱਕ ਅਸੀਂ 64 ਤੋਂ 65 ਜਿਹੜੀਆਂ ਨੇ ਮੂਲ ਪ੍ਰਜਾਤੀਆਂ ਦੀ ਕੰਜ਼ਰਵੇਸ਼ਨ ਕਰ ਚੁੱਕੇ ਹਾਂ। ਅੱਛਾ। ਰੋਹੇੜੇ ਵਰਗਾ ਰੁੱਖ ਹੋਏ, ਚਾਹੇ ਉਹ ਜੰਡ ਹੈ, ਕਰੀਰਾਂ ਨੇ, ਕਿਕਰਾਂ ਨੇ, ਮਲੇ ਬੇਰੀਆਂ, ਫਾਲਸੇ, ਲਸੂੜੇ, ਇਹ ਪੁਰਾਣੇ ਰੁੱਖਾਂ ਦੇ ਨਾਮ ਅਸੀਂ ਸੁਣੇ ਹੋਣਗੇ, ਪਰ ਹੁਣ ਜਿਹੜੇ ਇੰਡੀਜਨਸ ਪਲਾਂਟਸ ਹੋ ਗਏ ਹੁਣ ਇਹ ਲੁਪਤ ਹੁੰਦੇ ਜਾ ਰਹੇ। ਡੇਲਿਆਂ ਦਾ ਅਚਾਰ, ਕਿੱਕਰ, ਫਲਾਈਆਂ, ਇਹ ਸਭ ਕੁਝ ਹੁਣ ਮਿਲਦਾ ਨਹੀਂ ਉੱਥੇ ਦੇਖਣ ਨੂੰ। ਸੋ ਅਸੀਂ ਸਾਰਿਆਂ ਦਾ ਕੰਜ਼ਰਵੇਸ਼ਨ ਵੀ ਨਾਲ ਕਰ ਰਹੇ ਹਾਂ, ਸੀਡ ਬੈਂਕ ਵੀ ਬਣ ਰਿਹਾ, ਤੇ ਖੁੱਲ੍ਹਾ ਆਕਸੀਜਨ ਦਾ ਲੰਗਰ ਹਰ ਪਿੰਡ ਦੇ ਵਿੱਚ ਲੱਗਾ ਹੋਇਆ ਜੀ। ਇਹ ਆਮ ਤੌਰ 'ਤੇ ਜਦੋਂ ਅਸੀਂ ਗੁਰਪੁਰਬ ਮਨਾਉਂਦੇ, ਸੁਪਨਾ ਇਹ ਸੀਗਾ ਕਿ ਜਿਹੜਾ 550ਵਾਂ ਗੁਰਪੁਰਬ ਦੇ ਉੱਤੇ ਲੰਗਰ ਅਜਿਹਾ ਲੱਗੇ ਜਿਹੜਾ ਅਗਲੀ ਆਈਸ ਏਜ ਤੱਕ 9000 ਸਾਲ ਚੱਲਦਾ ਰਹੇ। ਸੋ ਇੱਕ ਵਾਰ ਜਿਹੜਾ ਇਹ ਜੰਗਲ ਲੱਗਾ, 550 ਰੁੱਖ ਨੇ, 2 ਸਾਲ ਦੇ ਵਿੱਚ ਇਹਨੂੰ ਸਿਰਫ ਪਾਣੀ ਤੇ ਡੀਵੀਡਿੰਗ ਦੇ ਨਾਲ ਅਸੀਂ ਇਹਨੂੰ ਸੈਲਫ ਸਸਟੇਨੇਬਲ ਕਰ ਸਕਦੇ ਹਾਂ। ਉਸ ਤੋਂ ਬਾਅਦ ਜੰਗਲ ਆਪਣੇ ਡਿਸੀਜਨ, ਆਪਣੀ ਗਰੋਥ, ਆਪਣੀ ਰੋਟੀ, ਆਪਣਾ ਪਾਣੀ ਆਪ ਬਣਾਉਂਦੇ ਆ, ਤੇ ਸਦੀਵੀਂ ਇੱਥੇ ਆਕਸੀਜਨ ਦਾ ਲੰਗਰ ਜਿਹੜਾ ਲੱਗਾ ਰਹਿੰਦਾ। ਚਿੜੀਆਂ ਇੱਥੇ ਆ ਕੇ ਆਪਣੇ ਫਲ ਖਾਂਦੀਆਂ, ਆਪਣੇ ਹੈਬੀਟੈਟ ਬਣਾਉਂਦੀਆਂ, ਆਪਣੇ ਆਲਣੇ ਬਣਾਉਂਦੀਆਂ, ਬੱਚੇ ਦਿੰਦੀਆਂ, ਤੇ ਇਹ ਸਾਰੀ ਜਿਹੜੀ ਉੱਥੇ ਖੇਡ ਤਮਾਸ਼ਾ ਜਿਹੜਾ ਚੱਲਦਾ। ਸੋ ਦਿਸ ਇਜ਼ ਦਾ ਇਨੋਵੇਸ਼ਨ। ਤੇ ਇਹ ਸਿਰਫ ਪੰਜਾਬ 'ਚ ਲਗਾਏ ਗਏ ਨੇ? ਨਹੀਂ ਜੀ, ਪੰਜਾਬ ਤੋਂ ਇਲਾਵਾ ਅਸੀਂ ਹਰਿਆਣੇ ਦੇ ਵਿੱਚ, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਜੰਮੂ ਕਸ਼ਮੀਰ, ਚੰਡੀਗੜ੍ਹ, ਨਵੀਂ ਦਿੱਲੀ, ਤੇ ਇੱਕ ਜੰਗਲ ਅਸੀਂ ਹੁਣ ਤੱਕ ਪਾਕਿਸਤਾਨ ਦੇ ਵਿੱਚ, ਕਸੂਰ ਇੱਕ ਜਗ੍ਹਾ ਹੈ, ਹਾਂਜੀ, ਖੋਜਗੜ੍ਹ ਦੇ ਵਿੱਚ ਅਸੀਂ ਉੱਥੇ ਇੱਕ ਜੰਗਲ ਉੱਥੇ ਵੀ ਲਗਾਇਆ। ਅੱਛਾ। ਤੇ ਹੁਣ ਬਾਹਰ ਵੀ ਕਿਤੇ, ਬਾਹਰ ਵਾਲੇ ਮੁਲਕਾਂ ਦੇ ਵਿੱਚ ਵੀ ਸੋਚ ਰਹੇ ਹੋ ਵੀ ਉੱਥੇ ਵੀ ਪੈਰ ਪਸਾਰੇ ਜਾਣ? ਹਾਂਜੀ, ਅਮਰੀਕਾ ਦੇ ਵਿੱਚ ਸਾਡੀ ਇੱਕ ਅਮਰੀਕਨ ਫੋਰੈਸਟ ਕਰਕੇ ਜਥੇਬੰਦੀ ਹੈ, ਅਮਰੀਕਾ ਦੀ ਸਭ ਤੋਂ ਪੁਰਾਣੀ, ਉਹਨਾਂ ਨਾਲ ਸਾਡੀ ਐਸੋਸੀਏਸ਼ਨ 2019 ਤੋਂ ਚੱਲ ਰਹੀ ਹੈ। ਤੇ ਉਸ ਤੋਂ ਬਾਅਦ ਕੋਵਿਡ ਕਾਲ ਕਰਕੇ ਜਿਹੜਾ ਗੈਪ ਪੈ ਰਿਹਾ, ਪਰ ਅਮਰੀਕਾ ਦੀ ਸਰਕਾਰ ਨੇ ਵੀ ਤੇ ਹੋਰ ਸਾਰੀਆਂ ਸਰਕਾਰਾਂ ਨੇ 1 ਟ੍ਰਿਲੀਅਨ ਟਰੀਜ਼ ਦਾ ਟਾਰਗੇਟ ਲਿਆ, ਐਂਡ ਵੀ ਆਰ ਪਾਰਟ ਆਫ ਦੈਟ ਗਰੁੱਪ ਐਜ਼ ਵੈਲ। ਸੋ ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਤੇ ਆਇਰਲੈਂਡ ਤੇ UK ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਅਸੀਂ ਜ਼ਰੂਰ ਸੋਚ ਰਹੇ ਹਾਂ ਕਿ ਇੱਥੇ ਕੋਲੈਬੋਰੇਸ਼ਨਸ ਦੇ ਨਾਲ ਅਸੀਂ ਗੁਰੂ ਨਾਨਕ ਸੈਕਰਡ ਫੋਰੈਸਟ ਨੂੰ ਐਸਟੈਬਲਿਸ਼ ਕਰੀਏ ਤੇ ਦੁਨੀਆ ਦੇ ਸਾਹਮਣੇ ਅਸੀਂ ਰੱਖ ਸਕੀਏ ਕਿ ਵੀ ਕੈਨ ਅਚੀਵ, ਕਿ 2 ਸਾਲ ਦੇ ਵਿੱਚ ਤੁਹਾਨੂੰ ਜਿਹੜਾ 10 ਟਾਈਮ ਗਰੋਥ ਕਰਨ ਵਾਲਾ ਤੇ 30 ਟਾਈਮ ਮੋਰ ਆਕਸੀਜਨ ਪ੍ਰੋਡਿਊਸ ਕਰਨ ਵਾਲਾ ਇੱਕ ਮੈਥਡ ਹੈ, ਜਿਹਦੇ ਰਾਹੀਂ ਅਸੀਂ ਇਹ ਜੰਗਲ 2 ਸਾਲਾਂ ਵਿੱਚ ਹੀ ਬਣਾ ਸਕਦੇ ਹਾਂ ਬਹੁਤ ਸਾਰੇ। ਅੱਜ ਵੀ ਸਵੇਰੇ ਵੀ ਜ਼ਿਕਰ ਹੋ ਰਿਹਾ ਸੀ ਜਿਹੜੀ ਕਲਾਈਮੇਟ ਸਮਿਟ ਚੱਲ ਰਹੀ ਹੈ, ਹਾਂਜੀ, ਡੀਫੋਰੈਸਟੇਸ਼ਨ ਦੇ ਅਗੇਂਸਟ 100 ਮੁਲਕਾਂ ਨੇ ਇਹ ਕਮਿਟਮੈਂਟ ਕੀਤੀ ਹੈ ਕਿ ਅਸੀਂ ਡੀਫੋਰੈਸਟੇਸ਼ਨ ਨੂੰ ਬੰਦ ਕਰਾਂਗੇ, ਬਟ ਜੇ ਇਹ ਲਗਾਏ ਜਾਣ ਨਵੇਂ ਦਰਖਤ, ਮੇਰੇ ਖਿਆਲ ਉਹ ਜ਼ਿਆਦਾ ਕਾਰਗਰ ਸਾਬਤ ਹੋਣਗੇ ਅਲੋਂਗ ਵਿਥ ਡੀਫੋਰੈਸਟੇਸ਼ਨ। ਬਿਲਕੁਲ ਠੀਕ ਹੈ ਜੀ। ਡੀਫੋਰੈਸਟੇਸ਼ਨ ਜਾਣੀ ਕਿ ਜੰਗਲਾਂ ਦੀ ਕਟਾਈ ਰੋਕਣੀ ਹੈ, ਪਹਿਲਾ ਕੰਮ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਇਹ ਜੰਗਲ ਹਜ਼ਾਰਾਂ ਸਾਲ ਪੁਰਾਣੇ ਨੇ, ਕੁਦਰਤ ਦੇ ਬਣਾਏ ਹੋਏ ਨੇ ਤੇ ਵਧੇ ਹੋਏ ਨੇ, ਤੇ ਬਹੁਤ ਖੁੱਲੀ ਆਕਸੀਜਨ ਦੇ ਰਹੇ ਨੇ, ਕਾਰਬਨ ਸਿੰਕਿੰਗ ਕਰ ਰਹੇ ਨੇ। ਜਿਹੜਾ ਜੰਗਲ ਅਸੀਂ ਲਗਾਉਣਾ ਹਿਊਮਨ ਨੇ, ਉਹ ਪਹਿਲਾਂ ਬਚਪਨ ਦਾ ਹੋਊਗਾ, 2 ਸਾਲਾਂ 'ਚ ਵੱਡਾ ਹੋਊਗਾ, ਪਰ ਕੁਦਰਤ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਸੋ ਇਹ ਰੀਫੋਰੈਸਟੇਸ਼ਨ ਕਰਨਾ ਜ਼ਰੂਰੀ ਹੈ, ਪਰ ਜਿਹੜੀ ਫੋਰੈਸਟ ਦੀ ਕਟਾਈ ਰੋਕਣੀ, ਇਹ ਤਾਂ ਉਸ ਤੋਂ ਵੀ ਗੰਭੀਰ ਮੁੱਦਾ, ਤੇ ਹਰੇਕ ਸਰਕਾਰ ਨੂੰ, ਈਵਨ ਇੰਡੀਵਿਜੂਅਲਸ ਨੂੰ ਵੀ, ਜਦੋਂ ਅਸੀਂ ਘਰ ਬਣਾਉਂਦੇ ਹਾਂ, ਇੱਕ ਦਰਖਤ ਕਾਊਂਟ ਕਰਦਾ। ਇਹ ਕਾਰਬਨ ਸਿੰਕ ਕਰਨ ਵਾਸਤੇ ਜਾਂ ਕਹਿ ਲਈਏ ਗਲੋਬਲ ਵਾਰਮਿੰਗ ਕਰਨ ਵਾਸਤੇ ਤੁਹਾਡਾ ਇੱਕ ਦਰਖਤ ਕੱਟਿਆ ਵੀ ਬਹੁਤ ਮਹਿੰਗਾ ਸਿੱਧ ਹੋ ਰਿਹਾ ਅੱਜ ਦੀ ਡੇਟ 'ਚ। ਬਿਲਕੁਲ। ਇੰਡਸਟਰੀਅਲਾਈਜੇਸ਼ਨ ਦੀ ਗੱਲ ਕਰਨੇ ਆ ਜਸਪ੍ਰੀਤ ਭਾਜੀ ਨਾਲ। ਭਾਜੀ, ਇੰਡਸਟਰੀ ਜਿਹੜੀ ਬਿਜ਼ਨਸ ਕਲਾਸ ਹੈਗੀ ਆ, ਉਹਨਾਂ 'ਤੇ ਇਹ ਬਹੁਤ ਵਾਰੀ ਇਹ ਤੋਹਮਤਾਂ ਲੱਗਦੀਆਂ ਨੇ, ਐਲੀਗੇਸ਼ਨਸ ਲੱਗਦੀਆਂ ਨੇ ਵੀ ਇਨਵਾਇਰਮੈਂਟ ਨੂੰ ਬਿਲਕੁਲ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ। ਕੀ ਇਹ ਸੱਚ ਹੈ? ਤੇ ਇਸ ਚੀਜ਼ 'ਤੇ ਠੱਲ ਪਾਉਣ ਲਈ ਕੀ ਕੀਤਾ ਜਾ ਰਿਹਾ ਈਕੋ ਸਿੱਖ ਵੱਲੋਂ?
ਦੇਖੋ ਜਿਹੜੀ ਇੰਡਸਟਰੀ ਹੈ ਨਾ ਜੀ, ਉਹ ਕਿਸੇ ਵੀ ਇਕੋਨਮੀ ਦੀ ਬੈਕਬੋਨ ਹੈ। ਆਪਾਂ ਕੱਲੀਆਂ ਤੌਮਤਾਂ ਲਾਵਾਂਗੇ ਉਹਦਾ ਕੋਈ ਆਊਟਪੁੱਟ ਨਹੀਂ ਨਿਕਲੀ। ਪ੍ਰੋਬਲਮ ਹੈਗੀ ਆ, ਏਅਰ ਕੁਆਲਿਟੀ ਡਿਟੀਰੀਓਰੇਟ ਹੋ ਰਹੀ ਹੈ, ਵਾਟਰ ਟੇਬਲ ਥੱਲੇ ਜਾ ਰਿਹਾ, ਇਹ ਇੰਡਸਟਰੀ ਕਰਕੇ ਹੀ ਜਾ ਰਿਹਾ। ਬਟ ਅਸੀਂ ਕੋਈ ਉਹਨਾਂ ਨੂੰ ਸੋਲੂਸ਼ਨ ਵੀ ਤਾਂ ਦਈਏ ਨਾ। ਸੋ ਇਕੋਸਿੱਖ ਉਹਨਾਂ ਨੂੰ ਇੱਕ ਸੋਲੂਸ਼ਨ ਦੇ ਰਿਹਾ। ਜਿਹੜੇ ਗੁਰੂ ਨਾਨਕ ਸੈਕਰਡ ਫੋਰੈਸਟ ਨੇ ਇੱਕ ਸੋਲੂਸ਼ਨ ਦਾ ਕੰਮ ਕਰ ਰਿਹਾ। ਉਹ ਕਿਸ ਤਰ੍ਹਾਂ ਕਰ ਰਿਹਾ? ਇੱਕ ਨਾਰਮਲ ਡਾਈਂਗ ਇੰਡਸਟਰੀ ਦੀ ਗੱਲ ਕਰੀਏ ਤਾਂ ਉਹ ਇੱਕ ਦਿਨ ਦੇ ਵਿੱਚ 10 ਲੱਖ ਲੀਟਰ ਪਾਣੀ ਫੈਚ ਕਰਦਾ ਗਰਾਊਂਡ, ਜਿਹੜਾ ਕਿ ਉਹਦੀ ਪ੍ਰੋਸੈਸਿੰਗ ਹੁੰਦੀ ਹੈ, ਉਹਨੂੰ ਟਰੀਟ ਨਹੀਂ ਕੀਤਾ ਜਾਂਦਾ, ਉਹ ਫਿਰ ਚਲੇ ਜਾਂਦਾ, ਡਰੇਨ ਹੋ ਜਾਂਦਾ। ਅਸੀਂ ਮਾਡਲ ਇਹ ਦੇ ਰਹੇ ਹਾਂ ਕਿ ਉਹਨੂੰ ਅਗਰ ਟਰੀਟ ਕਰੀਏ, ਟਰੀਟ ਕਰਨ ਤੋਂ ਬਾਅਦ ਤੁਸੀਂ ਆਪਣੇ ਪ੍ਰੀਮਾਈਸਿਸ ਦੇ ਵਿੱਚ ਗੁਰੂ ਨਾਨਕ ਸੈਕਰਡ ਫੋਰੈਸਟ ਲਗਾਓ। ਇੱਕ ਤਾਂ ਪਾਣੀ ਯੂਜ਼ ਹੋ ਜਾਏਗਾ। ਪਾਣੀ ਯੂਜ਼ ਹੋਣ ਨਾਲ ਜਿਹੜਾ ਫੋਰੈਸਟ ਗਰੋ ਕਰੇਗਾ ਉਹ ਏਅਰ ਕੁਆਲਿਟੀ ਨੂੰ ਵੀ ਇੰਪਰੂਵ ਕਰੇਗਾ। ਸੋ ਅਸੀਂ ਇੱਕ ਸੋਲੂਸ਼ਨ ਇਹ ਅਸੀਂ ਅਵੇਅਰ ਕਰ ਰਹੇ ਇੰਡਸਟਰੀ ਨੂੰ। ਠੀਕ ਹੈ, ਇੰਡਸਟਰੀ ਇਸ ਟਾਈਮ ਥੋੜ੍ਹੀ ਜਿਹੀ ਬੜੇ ਫਾਈਨੈਂਸ਼ੀਅਲ ਕੰਸਟ੍ਰੇਂਟ 'ਚੋਂ ਵੀ ਲੰਘ ਰਹੀ ਡਿਊ ਟੂ ਕੋਵਿਡ, ਹੈ ਨਾ। ਤੋ ਅਸੀਂ ਉਹਨਾਂ ਨੂੰ ਇੱਕ ਆਲ ਇਨ ਆਲ ਸੋਲੂਸ਼ਨ ਦੇ ਰਹੇ ਹਾਂ ਕਿ ਤੁਸੀਂ ਇਹ ਕਨਸੈਪਟ ਨੂੰ ਅਪਣਾਓ। ਇਹਦੇ ਨਾਲ ਦੋਨੋਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਸੋਲਵ ਹੋ ਜਾਣਗੀਆਂ। ਏਅਰ ਕੁਆਲਿਟੀ ਬਹੁਤ ਡਾਊਨ ਹੋ ਚੁੱਕੀ ਹੈ ਪੰਜਾਬ ਦੇ ਵਿੱਚ, ਸਪੈਸ਼ਲੀ ਲੁਧਿਆਣੇ ਦੀ ਗੱਲ ਕਰੀਏ, ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀਏ, ਵਾਟਰ ਟੇਬਲ ਬਹੁਤ ਥੱਲੇ ਜਾ ਚੁੱਕਾ ਇਸ ਟਾਈਮ। ਸੋ ਇਹ ਇੱਕ ਆਲ ਇਨ ਆਲ ਇੱਕ ਸੋਲੂਸ਼ਨ ਹੈ। ਇਹਦੇ ਵਿੱਚ ਥੋੜ੍ਹੀ ਜਿਹੀ ਅਸੀਂ ਗਵਰਨਮੈਂਟ ਕੋਲੋਂ ਵੀ ਹੈਲਪ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਉਹ ਵੀ ਅਗਰ ਇੰਡਸਟਰੀ ਨੂੰ ਥੋੜ੍ਹਾ ਕੰਪਨਸੇਟ ਕਰਨ ਇਸ ਚੀਜ਼ ਦੇ ਵਿੱਚ, ਕਿਉਂਕਿ ਇਨਫਰਾਸਟਰਕਚਰ ਚਾਹੀਦਾ, ਥੋੜ੍ਹੀ ਜਿਹੀ ਇਨਪੁਟ ਵੀ ਚਾਹੀਦੀ, ਇਨਪੁਟ ਕਾਸਟ ਵੀ ਹੈ ਇਹਦੇ ਵਿੱਚ। ਸੋ ਆਲ ਇਨ ਆਲ ਇੱਕ ਬਹੁਤ ਆਪਟੀਮਮ ਸੋਲੂਸ਼ਨ ਹੈਗਾ ਇਹ ਗੁਰੂ ਨਾਨਕ ਸੈਕਰਡ ਫੋਰੈਸਟ। ਤੇ ਅਸੀਂ ਅਸੀਂ ਲਗਾ ਵੀ ਚੁੱਕੇ ਹਾਂ ਕਾਫੀ ਇੰਡਸਟਰੀ ਦੇ ਵਿੱਚ। ਗੁਰੂ ਨਾਨਕ ਸੈਕਰਡ ਫੋਰੈਸਟ ਅਸੀਂ ਇੰਸਟਾਲ ਵੀ ਕਰ ਚੁੱਕੇ ਹੈਗੇ। ਰਵਨੀਤ ਭਾਜੀ, ਤੁਹਾਡੇ ਕੋਲ ਵਾਪਸ ਮੁੜ ਕੇ ਆਉਂਦੇ ਹਾਂ ਜੀ। ਤੁਸੀਂ ਦੱਸੋ ਹੁਣ ਇੱਥੇ ਮੈਨੂੰ ਲੱਗ ਰਿਹਾ ਵੀ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਰੀ ਦੇ ਲੋਕਾਂ ਨੂੰ ਤੁਹਾਡੇ ਬਾਰੇ ਮੇਰੇ ਪ੍ਰੋਗਰਾਮ ਦੇ ਥਰੂ ਪਤਾ ਲੱਗ ਰਿਹਾ ਜੀ। ਹੋਰ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਇਹ ਗੱਲਬਾਤ ਦੇ ਵਿੱਚ? ਕੋਈ ਪੁਆਇੰਟ, ਇੰਪੋਰਟੈਂਟ ਪੁਆਇੰਟ ਮਿਸ ਹੋ ਗਿਆ ਹੋਵੇ, ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਕਿਵੇਂ ਐਸਟੈਬਲਿਸ਼ ਹੋਣਾ ਚਾਹੁੰਦੇ ਹੋ? ਕਿੱਦਾਂ ਲੋਕ ਤੁਹਾਡੇ ਮੈਂਬਰਸ ਬਣ ਸਕਦੇ ਆ, ਤੁਹਾਡੀ ਆਰਗੇਨਾਈਜੇਸ਼ਨ ਨਾਲ ਕਿਵੇਂ ਜੁੜ ਸਕਦੇ ਆ, ਉਹਦੇ ਬਾਰੇ ਵੀ ਜਾਣਕਾਰੀ ਦਿਓ। ਜ਼ਰੂਰ ਜੀ। ਇੱਕ ਇੰਪੋਰਟੈਂਟ ਜਿਹੜਾ ਪੁਆਇੰਟ ਮੈਂ ਪੰਜਾਬ ਦੇ ਬਾਰੇ ਗੱਲ ਕਰਨਾ ਚਾਹੁੰਦਾ ਕਿ ਈਕੋਸਿੱਖ ਵੱਲੋਂ ਪਿਛਲੇ ਜਿਹੜੇ 2.5 ਸਾਲਾਂ 'ਚ ਇੱਕ ਪਵਿੱਤਰ ਜੰਗਲ ਅਸੀਂ ਲਗਾ ਰਹੇ ਹਾਂ। ਜਾਪਾਨੀ ਵਿਧੀ ਜਿਹੜੀ ਹੈ ਅਸੀਂ ਖੁੱਲ੍ਹੀ ਜਿਹੜੀ ਆਪਣੇ ਨੌਜਵਾਨ ਵੀਰਾਂ ਅਤੇ ਭੈਣਾਂ 'ਚ ਵੰਡ ਰਹੇ ਹਾਂ। ਉਹਨਾਂ ਨੂੰ ਫ੍ਰੀ ਟ੍ਰੇਨਿੰਗ ਅਤੇ ਵਰਕਸ਼ਾਪਸ ਦਿੱਤੀਆਂ ਜਾ ਰਹੀਆਂ ਉੱਥੇ ਵੀ, ਅਤੇ ਅਸੀਂ ਇੰਟਰਨੈਸ਼ਨਲੀ ਔਨਲਾਈਨ ਵੀ ਕੀਤੀਆਂ ਕੁਝ ਟ੍ਰੇਨਿੰਗ ਵਰਕਸ਼ਾਪਸ। ਅਤੇ ਇਹ ਕੇਵਲ ਇੱਥੇ ਬਸ ਨਹੀਂ, ਜਦੋਂ ਉਹਨਾਂ ਨੂੰ ਅਸੀਂ ਕੋਈ ਸਰਟੀਫਿਕੇਟ ਵਗੈਰਾ ਦਿੰਦੇ ਹਾਂ ਉਹਦੇ ਨਾਲ ਅਸੀਂ ਲੁਧਿਆਣੇ ਜਿਹੜਾ ਸਾਡਾ ਆਫਿਸ ਹੈ ਉੱਥੇ ਇੰਪਲੋਇਮੈਂਟ ਵੀ ਦਿੰਦੇ ਹਾਂ। ਸੋ ਮੰਨ ਲਓ ਬਠਿੰਡੇ ਦੇ ਕਿਸੇ ਨੌਜਵਾਨ ਨੇ ਸਾਡੇ ਕੋਲ ਜੰਗਲ ਲਗਾਉਣ ਦੀ ਵਿਧੀ ਸਿੱਖੀ ਆ, ਅਤੇ ਅਗਲਾ ਬਠਿੰਡੇ ਦਾ ਪ੍ਰੋਜੈਕਟ ਉਹਦੇ ਕੋਲੋਂ ਹੀ ਕਰਵਾ ਕੇ ਉਹਨੂੰ ਰੁਜ਼ਗਾਰ ਜ਼ਰੂਰ ਅਸੀਂ ਦੇਣਾ ਚਾਹੁੰਦੇ ਹੁੰਦੇ ਹਾਂ। ਅਤੇ ਇਹ ਹੋ ਰਿਹਾ, ਕਰੀਬ 25 ਦੇ ਕਰੀਬ ਸਾਡੇ ਨਾਲ ਨੌਜਵਾਨ ਜਿਹੜੇ ਔਨ ਕਾਲ ਰਜਿਸਟਰਡ ਨੇ। ਅਤੇ ਕਈ ਨੌਜਵਾਨ ਇਹੋ ਜਿਹੇ ਜਿਨ੍ਹਾਂ ਨੇ 70 ਪ੍ਰੋਜੈਕਟਸ ਵੀ ਕੀਤੇ ਹੋਏ ਨੇ। ਸੋ ਦਿਸ ਇਜ਼ ਅ ਵੰਡਰਫੁਲ ਵੇ ਟੂ ਕ੍ਰੀਏਟ ਇੰਪਲੋਇਮੈਂਟ। ਐਂਡ ਜਿਹੜੇ ਕਈ ਨੌਜਵਾਨ ਘੱਟ ਵੀ ਪੜ੍ਹੇ ਨੇ, 10ਵੀਂ 12ਵੀਂ ਵੀ, ਉਹਨਾਂ ਨੂੰ ਵੀ ਅਸੀਂ ਇਸ ਵਿਧੀ ਦੇ ਰਾਹੀਂ ਉਹਨਾਂ ਨੂੰ ਵੀ ਜਿਹੜਾ ਰੁਜ਼ਗਾਰ ਦੇ ਸਕਦੇ ਹਾਂ। ਅਤੇ ਤੁਹਾਡਾ ਦੂਸਰਾ ਸਵਾਲ ਸੀ ਅਬਾਊਟ ਕੈਨੇਡਾ। ਯੈਸ, ਦਿਸ ਇਜ਼ ਸਮਥਿੰਗ ਇਨ ਅ ਡਰੀਮ, ਕਿਉਂਕਿ ਕੈਨੇਡਾ ਦੇ ਵਿੱਚ ਜਿੰਨੀ ਫੋਰੈਸਟ ਹੈ ਇਸ ਟਾਈਮ ਸਾਰੀ ਦੁਨੀਆ ਦੀ ਅੱਖ ਇੱਥੋਂ ਦੇ ਰਿਜ਼ਰਵਸ ਉੱਤੇ ਆ, ਕਿਉਂਕਿ ਲੰਬਰ ਸਭ ਤੋਂ ਜ਼ਿਆਦਾ ਕੈਨੇਡਾ 'ਤੇ। ਆਉਣ ਵਾਲਾ ਸਮਾਂ ਕੈਨੇਡਾ ਵਾਸਤੇ, ਸਪੈਸ਼ਲੀ BC ਵਾਸਤੇ ਬੜਾ ਮੁਸ਼ਕਿਲ ਭਰਿਆ ਹੋ ਸਕਦਾ। ਹੁਣ ਵੀ ਲੰਬਰ ਦੀ ਕਟਾਈ ਇੱਥੇ ਬਹੁਤ ਜੰਗੀ ਪੱਧਰ 'ਤੇ ਚੱਲ ਰਹੀ ਹੈ, ਪਰ ਨਾਲ ਰੀਫੋਰੈਸਟੇਸ਼ਨ ਕਰਨੀ ਜ਼ਰੂਰੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਇਸ ਮੈਥਡ ਦੇ ਨਾਲ ਸਾਨੂੰ ਸਰਕਾਰ ਵੱਲੋਂ, ਇੰਸਟੀਟਿਊਸ਼ਨਸ ਵੱਲੋਂ, ਇੱਥੇ ਗੁਰੂ ਘਰ ਨੇ, ਇੰਡਸਟਰੀ ਹੈ, ਉਹਨਾਂ ਦੇ ਨਾਲ ਮਿਲ ਕੇ ਅਸੀਂ ਇਸ ਜਾਪਾਨੀ ਵਿਧੀ ਦੇ ਨਾਲ ਇੱਥੋਂ ਦੀਆਂ ਜਿਹੜੀਆਂ ਨੈਚੁਰਲ ਸਪੀਸ਼ੀਜ਼ ਨੇ, ਇੰਡੀਜੀਨੀਅਸ ਸਪੀਸ਼ੀਜ਼ ਆਫ BC, ਉਹਨਾਂ ਨੂੰ ਅਸੀਂ ਕੰਜ਼ਰਵ ਕਰ ਸਕੀਏ। ਅਤੇ ਕਾਸਟ ਵੀ ਮੈਨੂੰ ਪਤਾ ਇੱਥੇ ਕੋਈ ਬਹੁਤ ਜ਼ਿਆਦਾ ਨਹੀਂ ਹੋਣੀ, ਬਟ ਆਈ ਐਮ ਯੈਟ ਟੂ ਕੈਲਕੂਲੇਟ ਦ ਐਂਟਾਇਰ ਥਿੰਗ। ਸੋ ਇਸ ਵਿਧੀ 'ਚ ਜਿਹੜੇ ਮਸ਼ੀਨਰੀ ਕਾਫੀ ਯੂਜ਼ ਹੁੰਦੀ ਹੈ, ਪਰ ਯੈਸ, ਐਜ਼ ਸੂਨ ਐਜ਼ ਵੀ ਹੈਵ ਦ ਮਾਡਲ ਰੈਡੀ, ਵਿਲ ਬੀ ਏਬਲ ਟੂ ਅਪਰੋਚ ਪੀਪਲ ਵਿਦ ਅ ਡਿਫਰੈਂਟ ਪਰਸਪੈਕਟਿਵ ਕਿ ਆਪਣੀ ਕੰਪਨੀ ਨੂੰ ਤੁਸੀਂ ਕਾਰਬਨ ਫ੍ਰੀ ਕਰੋ। ਕਿਉਂਕਿ ਹਰੇਕ ਕੰਪਨੀ ਬਿਜਲੀ, ਪਾਣੀ, ਕੰਸਟਰਕਸ਼ਨ ਮਟੀਰੀਅਲ ਸਾਰਾ ਕੁਛ ਵਰਤਦੀ ਆ। ਫੋਸਿਲ ਫਿਊਲ ਯੂਜ਼ ਹੁੰਦੇ ਤੇ ਕਿਸੇ ਕੰਪਨੀ ਦਾ ਸਟਰਕਚਰ ਖੜਾ ਹੁੰਦਾ, ਉੱਥੇ ਪ੍ਰੋਡਕਸ਼ਨ ਹੁੰਦੀ ਹੈ। ਹਰ ਕੰਪਨੀ ਚਾਹੁੰਦੀ ਕਿ ਮੇਰਾ ਕਾਰਬਨ ਫੁੱਟਪ੍ਰਿੰਟ ਜਿਹੜਾ ਡਾਊਨ ਜਾਵੇ। ਹਰ ਸਕੂਲ ਚਾਹੁੰਦਾ ਕਿ ਮੇਰਾ ਸਕੂਲ ਗ੍ਰੀਨ ਬਣੇ। ਹਰ ਕਾਰਪੋਰੇਸ਼ਨ ਚਾਹੁੰਦੀ ਕਿ ਮੇਰੀ ਕਾਰਪੋਰੇਸ਼ਨ ਦਾ ਨਾਮ ਫੋਰੈਸਟ ਕੰਜ਼ਰਵੇਸ਼ਨ ਨਾਲ ਜੁੜੇ। ਮੈਂ ਆਈਕੀਆ ਤੇ ਵੀ ਕੱਲ ਗਿਆ ਸੀ ਤੇ ਆਈ ਸੌ ਕਿ ਉੱਥੇ ਲਿਖਿਆ ਵੀ ਲਵ ਫੋਰੈਸਟ, ਵੀ ਟੇਕ ਕੇਅਰ ਆਫ ਦ ਫੋਰੈਸਟ। ਪਰ ਗਰਾਊਂਡ ਦੇ ਉੱਤੇ ਕੰਮ ਕਰਨਾ ਵੀ ਅਸੀਂ ਨਾਲ ਸਾਰਿਆਂ ਦੇ। ਸੋ ਡਾਊਨ ਦਾ ਲਾਈਨ ਅਸੀਂ ਜਿਹੜਾ ਚਾਹੁੰਦੇ ਹਾਂ ਕਿ ਅਸੀਂ ਇੱਥੋਂ ਦੀ ਪਬਲਿਕ ਦੇ ਨਾਲ, ਨਾਟ ਜਸਟ ਦ ਕਮਿਊਨਿਟੀ, ਆਈ ਵਿਲ ਇਨਵਾਈਟ ਐਵਰੀਵਨ, ਪੀਪਲ ਫਰੋਮ ਆਲ ਫੇਥਸ। ਤੇ ਅਸੀਂ ਇਕੱਲੇ ਗੁਰੂ ਨਾਨਕ ਦੇ ਨਾਮ ਤੇ ਜੰਗਲ ਨਹੀਂ ਬਣਾਉਣੇ। ਆਈ ਐਮ ਓਪਨ ਟੂ ਐਵਰੀਵਨ। ਚਾਹੇ ਜੀਸਸ ਦੇ ਨਾਮ ਤੇ ਸੈਕਰਡ ਫੋਰੈਸਟ ਬਣਾਈਏ, ਚਾਹੇ ਰਹੀਮ ਜੀ ਦੇ ਨਾਂ ਤੇ ਫੋਰੈਸਟ ਬਣਾਈਏ, ਚਾਹੇ ਮੁਹੰਮਦ ਜੀ ਦੇ ਨਾਂ ਤੇ ਬਣਾਈਏ, ਚਾਹੇ ਰਾਮ ਜੀ ਦੇ ਨਾਂ ਤੇ ਬਣਾਈਏ, ਲਾਰਡ ਕ੍ਰਿਸ਼ਨਾ ਦੇ ਬਣਾਈਏ,
ਸੋ ਹਰੇਕ ਧਰਮ ਦੇ ਕੋਲ ਆਪਣੇ ਜਿਹੜਾ ਪਵਿੱਤਰ ਜੰਗਲ ਹੋਊਗਾ, ਕਿਉਂਕਿ ਜਿਹੜਾ ਇਹ ਕਨਸੈਪਟ ਹੈ ਕਿ ਸਾਡੀਆਂ ਜਿਹੜੀਆਂ ਪੁਰਾਤਨ ਝਿੜੀਆਂ ਸੀ ਉਹਨਾਂ ਨੂੰ ਕੋਈ ਖਰਾਬ ਕਿਉਂ ਨਹੀਂ ਸੀ ਕਰਦਾ। ਹੁਣ ਤੱਕ ਜੇ ਕੋਈ ਜੰਗਲ ਬਚਿਆ ਪੰਜਾਬ ਦੇ ਵਿੱਚ ਤੇ ਸਿਰਫ ਝਿੜੀ ਬਚੀ ਹੈ ਜਿਹੜੀ ਕਿਸੇ ਭਗਤ ਦੇ ਨਾਲ ਐਸੋਸੀਏਟਿਡ ਹੈ, ਕਿਉਂਕਿ ਲੋਕ ਉਹਦੀ ਹੌਲੀਨੈਸ ਤੋਂ ਡਰਦੇ ਆ। ਲੋਕ ਕਹਿੰਦੇ ਵੀ ਇਹਨੂੰ ਛੇੜਨਾ ਨਹੀਂ, ਇਹਨੇ ਸਾਡਾ ਦੇਸ਼ ਸੰਭਾਲ ਕੇ ਰੱਖਿਆ। ਅਸੀਂ ਸੈਕਰਡ ਵਰਡ ਚੂਜ਼ ਹੀ ਇਸ ਕਰਕੇ ਕੀਤਾ, ਹਰੇਕ ਧਰਮ ਦੇ ਕੋਲ ਆਪਣੇ ਸੈਕਰਡ ਫੋਰੈਸਟ ਹੋਣਗੇ, ਪਵਿੱਤਰ ਜੰਗਲ, ਜਿਹੜੇ ਉਹਨਾਂ ਦੇ ਧਰਮ ਨਾਲ ਤਾਲੁਕਾਤ ਰੱਖਦੇ ਹੋਣਗੇ, ਸ਼ਰਧਾ ਨਾਲ ਤਾਲੁਕਾਤ ਰੱਖਦੇ ਹੋਣਗੇ, ਉਹਨਾਂ ਨੂੰ ਆਪਣੀ ਇੱਕ ਐਸੋਸੀਏਸ਼ਨ ਹੋਊਗੀ, ਇੱਕ ਕਮਿਟਮੈਂਟ ਹੋਊਗੀ। ਤੇ ਮੈਂ ਕਹਿੰਦਾ ਵੀ ਜਿਵੇਂ ਇੱਕ ਪਰਿਵਾਰ ਹੁੰਦਾ ਨਾ, ਪਰਿਵਾਰਕ ਰਿਲੇਸ਼ਨ ਹੋਊਗਾ, ਤਾਂ ਹੀ ਅਸੀਂ ਜੰਗਲ ਦੇ ਨਾਲ ਕੋਐਗਜ਼ਿਸਟ ਕਰਨਾ ਸਿੱਖਾਂਗੇ। ਨਹੀਂ ਤਾਂ ਸਾਡਾ ਸਾਰਾ ਦਾ ਸਾਰਾ ਧਿਆਨ ਕਿਤੇ ਮਟੀਰੀਅਲ ਵੱਲ ਹੈ ਕਿ ਅਸੀਂ ਮੈਂ ਇਹ ਵੀ ਲੈ ਲਵਾਂ, ਇਹ ਵੀ ਲੈ ਲਵਾਂ। ਉਹਦੇ ਪਿੱਛੇ ਸੈਕਰੀਫਾਈਸ ਜਿਹੜਾ ਉਹ ਜੰਗਲ ਹੁੰਦਾ, ਪਾਣੀ ਹੁੰਦਾ, ਹਵਾ ਹੁੰਦੀ ਹੈ। ਇਹ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਜਿਹੜਾ ਇਹ ਗੁਰਬਾਣੀ ਦੀ ਤੁਕ ਇਕੱਲਾ ਇੱਕ ਡਾਇਲੋਗ ਨਹੀਂ ਹੈ, ਸਾਡਾ ਲਾਈਫ ਸਟਾਈਲ ਹੈ ਵਿਚ ਆਈ ਵਾਂਟ ਟੂ ਸ਼ੇਅਰ ਵਿਦ ਐਵਰੀ ਕਮਿਊਨਿਟੀ। ਬਹੁਤ ਵਧੀਆ ਲੱਗਿਆ ਭਾਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੀ ਗੱਲਾਂ ਬਾਤਾਂ ਸੁਣ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਿੱਖ ਕਮਿਊਨਿਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ। ਔਰ ਜਿਵੇਂ ਤੁਸੀਂ ਕਹਿ ਰਹੇ ਹੋ, ਸਾਂਝੀਵਾਲਤਾ ਦਾ ਸੰਦੇਸ਼ ਹੈ ਇਹ ਕੋਈ ਇੱਦਾਂ ਨਹੀਂ ਹੈਗਾ ਕਿ ਇਕੱਲੀ ਸਿੱਖ ਕੌਮ ਨੂੰ ਹੀ ਇਕੱਠੇ ਕਰਨ ਦੀ ਗੱਲ ਹੈ। ਅਸੀਂ ਨੇਚਰ ਲਵਰਸ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਜੀ। ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਔਨ ਕੀਪ ਇਨ ਟੱਚ ਹੈ ਨਾ, ਤੁਸੀਂ ਦੱਸਦੇ ਰਹੋ ਜੋ ਤੁਸੀਂ ਕੈਨੇਡਾ ਦੇ ਵਿੱਚ ਕਰੋਗੇ, ਅੱਗੇ ਤੁਹਾਡੀਆਂ ਜੋ ਵੀ ਅਪਡੇਟਸ ਹੋਣਗੀਆਂ ਥਰੂ ਮੀ ਯੂ ਕੈਨ ਪਾਸ ਔਨ ਦ ਮੈਸੇਜ ਜੀ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਵੀ ਕਹਿਣਾ ਚਾਹੁੰਦਾ, ਜੇ ਕਿਸੇ ਨੇ ਸਾਡੇ ਨਾਲ ਕਨੈਕਟ ਕਰਨਾ ਜਾਂ ਵੈਬਸਾਈਟ ਤੇ ਪਾਰਟੀਸਪੇਟ ਕਰਨਾ ਚਾਹੁੰਦੇ ਹੋ, ਕਿਸੇ ਨੇ ਡੋਨੇਟ ਕਰਨਾ ਜਾਂ ਫੰਡ ਰੇਜ਼ਿੰਗ ਲਈ ਹੈਲਪ ਕਰਨੀ ਹੈ, ਤਾਂ ਇਟਸ www.ecosikh.org ECOSIKH.org। ਤੁਸੀਂ ਇੱਥੇ ਜਾ ਕੇ ਪੇਪਾਲ ਦੇ ਥਰੂ, ਕ੍ਰੈਡਿਟ ਕਾਰਡ ਦੇ ਥਰੂ ਡੋਨੇਟ ਵੀ ਕਰ ਸਕਦੇ ਹੋ। ਅਤੇ ਪੰਜਾਬ ਵਿੱਚ ਜੇ ਕਿਸੇ NRI ਵੀਰਾਂ ਭੈਣਾਂ ਨੇ ਆਪਣੇ ਪਿੰਡ ਵਿੱਚ ਜੰਗਲ ਲਗਾਉਣਾ ਹੋਵੇ, ਉਹ ਵੀ ਤੁਸੀਂ ਇਸੇ ਵੈਬਸਾਈਟ ਦੇ ਉੱਤੇ ਇੱਕ ਫਾਰਮ ਭਰ ਕੇ ਜਾਂ info@ecosikh.org 'ਤੇ ਸਾਨੂੰ ਈਮੇਲ ਡਰੋਪ ਕਰ ਸਕਦੇ ਹੋ। ਸਾਡੀ ਟੀਮ ਛੇਤੀ ਹੀ ਤੁਹਾਡੇ ਉੱਥੇ ਪਹੁੰਚ ਕੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨਾਂ ਦਾ ਗੁਰੂ ਨਾਨਕ ਪਵਿੱਤਰ ਜੰਗਲ ਜ਼ਰੂਰ ਲਗਾਵਾਂਗੇ। ਇਹ ਸਾਡੀ ਕਮਿਟਮੈਂਟ ਹੈ। ਬਿਲਕੁਲ, ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ ਜਸਪ੍ਰੀਤ ਭਾਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।